ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਜੋ ਕਿ ਇਨਸਾਨੀ ਜੀਵਾਂ ਦੇ ਭਲੇ ਵਾਸਤੇ ਹੈ, ਇਸ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਹੈ, ਜਨਮ ਮਰਨ ਤੋਂ ਕੱਢਣ ਵਾਸਤੇ ਹੈ। ਸਿੱਖ ਸੰਗਤ ਇਸ ਬਾਣੀ ਦਾ ਪਾਠ ਬੜੀ ਸ਼ਰਧਾ ਭਾਵਨਾ ਪਿਆਰ ਤੇ ਸਤਿਕਾਰ ਨਾਲ ਕਰਦੀ ਹੈ। ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਗੁਰਬਾਣੀ ਨੂੰ ਪੜ੍ਹਦੀਆਂ ਹਨ, ਗੁਰਬਾਣੀ ਦਾ ਪਾਠ ਕਰਦੀਆਂ ਹਨ। ਬਹੁਤ ਸਾਰੀਆਂ ਸੰਗਤਾਂ ਗੁਰਬਾਣੀ ਨੂੰ ਵਿਚਾਰਦੀਆਂ ਵੀ ਹਨ। ਬਹੁਤ ਸਾਰੀਆਂ ਸੰਗਤਾਂ ਗੁਰਬਾਣੀ 'ਚੋਂ ਸਮਝਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਆਪਣੇ ਜੀਵਨ ਨੂੰ ਉਹਦੇ ਮੁਤਾਬਿਕ ਢਾਲਦੀ ਵੀ ਹਨ। ਅਕਸਰ ਇੱਕ ਐਸਾ ਪ੍ਰਸ਼ਨ ਹੈ ਜੋ ਹਮੇਸ਼ਾ ਸਾਡੇ ਮਨ ਦੇ ਅੰਦਰ ਘੁੰਮਦਾ ਹੈ ਕਿ ਭਾਈ ਸਾਹਿਬ ਪਾਠ ਕਰਦੇ ਹੋਏ, ਬਾਣੀ ਪੜ੍ਹਦੇ ਹੋਏ ਸਾਡਾ ਮਨ ਨਹੀਂ ਟਿਕਦਾ। ਦੂਜੀ ਬੇਨਤੀ ਹੈ, ਪਾਠ ਕਿਵੇਂ ਕਰਨਾ ਚਾਹੀਦਾ ਹੈ, ਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ, ਬਾਣੀ ਪੜ੍ਹਨ ਵੇਲੇ, ਪਾਠ ਕਰਨ ਵੇਲੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਐਸੀਆਂ ਬਹੁਤ ਸਾਰੀਆਂ ਸਾਡੀ ਜ਼ਿੰਦਗੀ 'ਚ ਕੁਝ ਸਮੱਸਿਆਵਾਂ ਆ ਜਾਂਦੀਆਂ ਹਨ ਜਦੋਂ ਕਿ ਆਪਾਂ ਗੁਰਬਾਣੀ ਦੇ ਪਾਠ ਕਰਨ ਵੇਲੇ ਕੁਝ ਜਾਣੇ ਜਾਂ ਅਣਜਾਣੇ ਭੁੱਲਾਂ ਕਰ ਬੈਠਦੇ ਹਾਂ। ਬਹੁਤ ਸੰਗਤਾਂ ਦੇ ਫੋਨ ਆਉਂਦੇ ਨੇ, ਸੁਝਾਅ ਵੀ ਆਉਂਦੇ ਨੇ। ਤਾਂ ਇਸ ਭਾਵਨਾ ਨੂੰ ਮੁੱਖ ਰੱਖ ਕੇ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਬੜੇ ਹੀ ਸ਼ੁੱਧ, ਸਪਸ਼ਟ ਅਤੇ ਬਹੁਤ ਹੀ ਸਹਿਜ ਟਿਕਾ ਆਨੰਦ ਵਿੱਚ ਕਰ ਸਕੀਏ ਤੇ ਉਸ ਮਰਿਆਦਾ ਦਾ ਖਿਆਲ ਰੱਖ ਸਕੀਏ ਜਿਸ ਦੇ ਨਾਲ ਸਾਡਾ ਗੁਰਬਾਣੀ ਪੜ੍ਹਨ ਵਿੱਚ ਮਨ ਵੀ ਲੱਗੇ, ਮਨ ਟਿਕੇ ਤੇ ਸਾਡਾ ਪਾਠ ਕੀਤਾ ਹੋਇਆ ਸਫਲ ਵੀ ਹੋ ਸਕੇ। ਸੋ ਕੁਝ ਬੇਨਤੀਆਂ ਹਨ ਕਿ ਗੁਰਬਾਣੀ ਦਾ ਪਾਠ ਕਰਨ ਲੱਗੇ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਸਾਡੇ ਤੋਂ ਜਾਣੇ ਜਾਂ ਅਣਜਾਣੇ ਕਿਹੜੀਆਂ ਗਲਤੀਆਂ ਹੋ ਜਾਂਦੀਆਂ ਹਨ। ਇਹਨਾਂ ਕੁਝ ਬੇਨਤੀਆਂ ਨੂੰ ਲੈ ਕੇ ਆਪ ਜੀ ਦੇ ਸਨਮੁਖ ਆਏ ਹਾਂ। ਬੜੇ ਪਿਆਰ ਨਾਲ ਸਰਵਣ ਕਰੀਏ। ਸਭ ਤੋਂ ਪਹਿਲੀ ਬੇਨਤੀ ਹੈ ਸਾਧ ਸੰਗਤ ਕਿ ਜਦੋਂ ਵੀ ਅਸੀਂ ਬਾਣੀ ਦਾ ਪਾਠ ਕਰਨਾ ਹੈ ਉਦੋਂ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਹੱਥ ਪੈਰ ਮੂੰਹ ਧੋ ਕੇ, ਜਿਹਨੂੰ ਅਸੀਂ ਕਹਿੰਦੇ ਹਾਂ 5 ਇਸ਼ਨਾਨਾਂ ਕਰਕੇ ਬੈਠਣਾ ਚਾਹੀਦਾ ਹੈ। ਇਹ ਕੋਸ਼ਿਸ਼ ਕਰੋ, ਇਸ ਚੀਜ਼ ਦੀ ਆਦਤ ਬਣਾਉਣੀ ਚਾਹੀਦੀ ਹੈ। ਕਿਉਂਕਿ ਆਮ ਤੌਰ ਤੇ ਠੀਕ ਹੈ ਵੀ ਗੁਰਬਾਣੀ ਬੇਸ਼ੱਕ ਸਾਡੇ ਮਨ ਨਾਲ, ਆਤਮਾ ਨਾਲ ਸੰਬੰਧ ਰੱਖਦੀ ਹੈ, ਪਰ ਜਦੋਂ ਤੁਸੀਂ ਹੱਥ ਮੂੰਹ ਪੈਰ ਧੋ ਕੇ ਬੈਠੋਗੇ, ਅਗਰ ਸੰਭਵ ਹੋਵੇ ਇਸ਼ਨਾਨ ਕਰਕੇ ਬੈਠੋਗੇ, ਤੁਹਾਡਾ ਮਨ ਜ਼ਿਆਦਾ ਟਿਕੇਗਾ, ਤੁਹਾਡਾ ਸਰੀਰ ਤੁਹਾਡਾ ਸਾਥ ਜ਼ਿਆਦਾ ਦੇਗਾ, ਤੁਹਾਨੂੰ ਆਲਸ ਨਹੀਂ ਆਏਗਾ, ਨੀਂਦ ਨਹੀਂ ਆਏਗੀ, ਅੱਖਾਂ ਬੰਦ ਨਹੀਂ ਹੋਣਗੀਆਂ ਤੇ ਤੁਸੀਂ ਬੜੇ ਆਨੰਦ ਤੇ ਪਿਆਰ ਵਿੱਚ ਬਾਣੀ ਪੜ੍ਹ ਸਕੋਗੇ। ਦੂਜੀ ਬੇਨਤੀ ਹੈ, ਜਿਹੜੇ ਬਹੁਤ ਹੀ ਤੰਦਰੁਸਤ ਹਨ, ਬਿਲਕੁਲ ਤੰਦਰੁਸਤ ਹਨ, ਚੰਗੇ ਭਲੇ ਹਨ, ਸਰੀਰਕ ਤੌਰ ਤੇ ਫਿੱਟ ਹਨ, ਜਿਨ੍ਹਾਂ ਨੂੰ ਕੋਈ ਤਨ ਦੀ, ਕੋਈ ਪਿੱਠ ਦੀ, ਕੋਈ ਲੱਤਾਂ ਦੀ, ਕੋਈ ਬੈਠਣ ਦੀ ਪ੍ਰੋਬਲਮ ਨਹੀਂ ਹੈ, ਸਮੱਸਿਆ ਨਹੀਂ ਹੈ, ਉਹਨਾਂ ਪ੍ਰਤੀ ਬੇਨਤੀ ਹੈ ਕਿ ਉਹ ਸੱਜਣ, ਉਹ ਸੰਗਤਾਂ ਜਿੱਥੋਂ ਤੱਕ ਸੰਭਵ ਹੋ ਸਕੇ ਕੋਸ਼ਿਸ਼ ਕਰਨ ਕਿ ਜ਼ਮੀਨ ਦੇ ਉੱਪਰ ਇੱਕ ਸੋਹਣੀ ਜਿਹੀ ਵਿਛਾਈ ਕਰਕੇ ਧਰਤੀ ਦੇ ਨਾਲ ਜੁੜ ਕੇ ਪਾਠ ਕਰਨ। ਕੁਝ ਸੰਗਤਾਂ ਇਹ ਵੀ ਕਹਿੰਦੀਆਂ ਨੇ ਜੀ ਕਿ ਅਸੀਂ ਇਹ ਤੁਹਾਡੀ ਗੱਲ ਸੁਣੀ ਹੈ ਪਰ ਅਸੀਂ ਰੋਗੀ ਹਾਂ, ਕਿਸੇ ਦੀਆਂ ਲੱਤਾਂ ਸਾਥ ਨਹੀਂ ਦੇ ਰਹੀਆਂ, ਕਿਸੇ ਦੀ ਬੈਕ ਦੇ ਵਿੱਚ ਦਰਦ ਹੈ, ਕਿਸੇ ਨੂੰ ਕੋਈ ਸਮੱਸਿਆ ਹੈ। ਮੈਂ ਫੇਰ ਬੇਨਤੀ ਕਰ ਰਿਹਾ, ਜਿਹੜੇ ਬਿਲਕੁਲ ਤੰਦਰੁਸਤ ਹਨ, ਸਰੀਰਕ ਤੌਰ ਤੇ ਫਿੱਟ ਹਨ, ਉਹਨਾਂ ਵਾਸਤੇ ਬੇਨਤੀ ਹੈ ਕਿ ਉਹ ਕੋਸ਼ਿਸ਼ ਕਰਨ ਕਿ ਉਹ ਜ਼ਮੀਨ ਤੇ ਬੈਠ ਕੇ ਹੀ ਪਾਠ ਕਰਨ, ਸੋਹਣੀ ਸੁੰਦਰ ਵਿਛਾਈ ਕਰਕੇ। ਤੇ ਇਹ ਤੋਂ ਇਲਾਵਾ ਜਿਨ੍ਹਾਂ ਸੰਗਤਾਂ ਦੇ, ਸੱਜਣਾਂ ਦੇ, ਬਜ਼ੁਰਗਾਂ ਦੇ ਜਾਂ ਕਿਸੇ ਦੇ ਤਨ ਨੂੰ ਕੋਈ ਰੋਗ ਹੈ, ਸਮੱਸਿਆ ਹੈ, ਉਹ ਮੰਜੇ ਦੇ ਉੱਪਰ ਜਾਂ ਸੋਫੇ ਦੇ ਉੱਪਰ, ਕੁਰਸੀ ਦੇ ਉੱਪਰ ਬੈਠ ਕੇ ਵੀ ਬਾਣੀ ਦਾ ਪਾਠ ਕਰ ਸਕਦੇ ਹਨ। ਕੋਸ਼ਿਸ਼ ਕਰਨ ਕਿ ਹੱਥ ਪੈਰ ਅਗਰ ਹੋ ਸਕੇ ਉਹ ਵੀ ਸਵੱਛ ਕਰਕੇ ਬੈਠਣ ਤਾਂ ਕਿ ਉਹਨਾਂ ਨੂੰ ਵੀ ਕੋਈ ਆਲਸ ਦੀ ਸਮੱਸਿਆ ਆਦਿਕ ਨਾ ਆਵੇ। ਇਸ ਤੋਂ ਬਾਅਦ ਇੱਕ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਨਾ ਹੈ, ਕੁਝ ਸੰਗਤਾਂ ਨਾ ਆਪਣੇ ਹੱਥਾਂ ਨੂੰ ਕਦੀ ਇੱਧਰ ਲਗਾ ਲਿਆ, ਕਦੇ ਇੱਧਰ ਲਗਾ ਲਿਆ, ਕਦੀ ਪੈਰਾਂ ਤੇ ਖਾਜ ਕਰ ਲਈ, ਕਦੀ ਲੱਤਾਂ ਤੇ ਹੱਥ ਮਲ ਲਏ। ਨਹੀਂ ਸਾਧ ਸੰਗਤ, ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਨ ਬੈਠਣਾ ਹੈ, ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸੰਕੋਚ ਲੈਣਾ ਹੈ ਤੇ ਪੂਰੀ ਇਕਾਗਰਤਾ ਨਾਲ ਗੁਰਬਾਣੀ ਨਾਲ ਜੁੜਨਾ ਹੈ। ਹੱਥਾਂ ਨੂੰ ਇੱਧਰ ਉੱਧਰ ਨਹੀਂ ਲੈ ਕੇ ਜਾਣਾ, ਹੱਥਾਂ ਨੂੰ ਕੋਸ਼ਿਸ਼ ਕਰਨੀ ਹੈ ਸਵੱਛ ਰੱਖਣਾ ਹੈ। ਅਗਲੀ ਬੇਨਤੀ ਹੈ ਮੋਬਾਈਲ, ਜੋ ਕਿ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ, ਅਸੀਂ ਇਹਨੂੰ ਬਾਹਰ ਨਹੀਂ ਕੱਢ ਸਕਦੇ।
ਪਰ ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਹੈ, ਕੋਸ਼ਿਸ਼ ਕਰੋ ਮੋਬਾਈਲ ਆਪਣੇ ਤੋਂ ਦੂਰ ਰੱਖੋ, ਜਾਂ ਉਹਨੂੰ ਸਾਇਲੈਂਟ ਰੱਖੋ, ਜਾਂ ਉਹਨੂੰ ਬੰਦ ਕਰਕੇ ਰੱਖੋ। ਕਿਉਂ? ਕਈ ਸੰਗਤਾਂ ਬਾਣੀ ਦਾ ਪਾਠ ਕਰਦੀਆਂ ਨੇ ਪਰ ਬਾਰ-ਬਾਰ ਫੋਨ ਵੱਜਦਾ, ਡਿਸਟਰਬ ਹੁੰਦੇ ਨੇ, ਬਾਣੀ ਵਿੱਚ ਵੀ ਧਿਆਨ ਨਹੀਂ ਲੱਗਦਾ, ਫੋਨ ਤੇ ਵੀ ਗੱਲ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ। ਕੋਸ਼ਿਸ਼ ਕਰੋ ਗੁਰਬਾਣੀ ਦੇ ਪਾਠ ਦੌਰਾਨ ਜਿੰਨਾ ਚਿਰ ਤੁਸੀਂ ਬਾਣੀ ਦਾ ਪਾਠ ਕਰਨਾ ਹੈ, ਫੋਨ ਤੋਂ ਦੂਰੀ ਬਣਾ ਕੇ ਰੱਖੋ। ਅਗਲੀ ਬੇਨਤੀ ਹੈ, ਅਗਰ ਇਕੱਲੇ ਹੋ ਤਾਂ ਉੱਚੀ ਬੋਲ ਕੇ ਪਾਠ ਕਰੋ, ਜ਼ੁਬਾਨ ਤੋਂ ਬੋਲ ਕੇ ਪਾਠ ਕਰੋ, ਬੋਲੋ, ਬੋਲੇ ਹੋਏ ਨੂੰ ਸੁਣੋ। ਅਗਰ ਇਕੱਲੇ ਹੋ, ਜਿਸ ਜਗ੍ਹਾ ਤੇ ਇਕਾਂਤ ਵਾਸ ਹੈ ਉੱਥੇ ਬੋਲ ਕੇ ਪਾਠ ਕਰੋ। ਅਗਰ ਸੰਗਤ ਵਿੱਚ ਬੈਠੇ ਹੋ, ਗੁਰੂ ਘਰ ਬੈਠੇ ਆ, ਸੰਗਤ ਤੁਹਾਡੇ ਆਲੇ ਦੁਆਲੇ ਬੈਠੀ ਹੈ, ਤੇ ਉੱਥੇ ਤੁਸੀਂ ਆਪਣੇ ਅੰਦਰ ਹੀ ਪਾਠ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਬਾਅਦ ਹੈ ਕਿ ਸਾਧ ਸੰਗਤ ਜੇ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਪਾਠ ਨਿਤਨੇਮ ਜਿਹੜਾ ਅਸੀਂ 5 ਬਾਣੀਆਂ ਦਾ ਕਰਦੇ ਹਾਂ, ਇੱਕੋ ਵਾਰ ਵਿੱਚ ਹੀ ਪੂਰਾ ਕਰ ਲਿਆ ਜਾਏ। ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਜਪਜੀ ਸਾਹਿਬ ਅਸੀਂ ਨਹਾਉਂਦੇ ਹੋਏ ਪੜ੍ਹ ਲੈਂਦੇ ਹਾਂ, ਇਸ਼ਨਾਨ ਕਰਦੇ ਹੋਏ, 15-20 ਮਿੰਟ, ਅੱਧੇ ਘੰਟੇ ਬਾਅਦ ਫਿਰ ਅਸੀਂ ਸੋਚਦੇ ਚਲੋ ਜਾਪ ਸਾਹਿਬ ਕਰ ਲਈ, ਬਾਕੀ ਪਾਠ ਅਸੀਂ ਰਸਤੇ 'ਚ ਕਰ ਲਾਂਗੇ। 2 ਬਾਣੀਆਂ ਰਸਤੇ 'ਚ ਪੜ੍ਹ ਲੈਣ, ਤੀਜੀ ਬੰਦਾ ਸੋਚਦਾ ਹੈ ਕੰਮਕਾਰ ਤੇ ਜਾ ਕੇ, ਦੁਕਾਨ ਤੇ ਜਾ ਕੇ, ਜਾਂ ਸ਼ਾਮ ਵੇਲੇ ਪੜ੍ਹ ਲਾਂਗੇ। ਨਹੀਂ, ਇਹ ਇੱਕ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਟਾਈਮ ਟੇਬਲ ਬਣਾਈਏ, ਆਪਣੀ ਰੂਟੀਨ ਬਣਾਈਏ ਕਿ ਕੋਸ਼ਿਸ਼ ਕਰੋ ਇੱਕ ਵਾਰ ਬੈਠ ਕੇ 5 ਬਾਣੀਆਂ ਦੇ ਨਿਤਨੇਮ ਦਾ ਪਾਠ ਪੂਰਾ ਕਰ ਲਿਆ ਜਾਏ। ਇਸ ਤੋਂ ਬਾਅਦ ਗੁਟਕੇ ਦੇ ਪੋਥੀ ਦੇ ਅੰਗ ਨਾ ਮੁੜੋ। ਕਈ ਵਾਰ ਕੁਝ ਸੱਜਣ ਕੀ ਕਰਦੇ ਨੇ, ਗੁਰਬਾਣੀ ਦੇ ਗੁਟਕਿਆਂ ਦੇ ਪਾਠ ਕਰਨ ਵੇਲੇ ਅੰਗ ਮੋੜ ਦਿੰਦੇ ਨੇ। ਉਹ ਹੁੰਦਾ ਨਿਸ਼ਾਨੀ ਕਿ ਇੱਥੇ ਪਾਠ ਛੱਡਿਆ ਹੈ। ਨਹੀਂ, ਅੰਗ ਨਹੀਂ ਮੋੜਨਾ ਕਦੀ ਵੀ, ਨਾ ਗੁਟਕੇ ਦਾ ਨਾ ਪੋਥੀ ਸਾਹਿਬ ਦਾ। ਉੱਥੇ ਤੁਸੀਂ ਇੱਕ ਪਰਚੀ ਬਣਾ ਕੇ ਰੱਖ ਸਕਦੇ ਹੋ, ਜਾਂ ਕੋਸ਼ਿਸ਼ ਕਰੋ ਇੱਕ ਡਾਇਰੀ ਲਾਓ, ਉਹ ਡਾਇਰੀ ਦੇ ਉੱਪਰ ਨੋਟ ਬਣਾ ਕੇ ਰੱਖੋ ਕਿ ਇੰਨੇ ਅੰਗ ਤੋਂ ਪਾਠ ਸ਼ੁਰੂ ਕਰਨਾ ਹੈ। ਇਸ ਤੋਂ ਅਗਲੀ ਬੇਨਤੀ ਹੈ ਸਾਧ ਸੰਗਤ ਕਿ ਪਾਠ ਕਰਦੇ ਸਮੇਂ ਕਦੀ ਵੀ ਗੱਲਾਂ ਨਾ ਕਰੋ ਤੇ ਇੱਧਰ ਉੱਧਰ ਨਾ ਵੇਖੋ। ਹੁਣ ਬਹੁਤੀ ਵਾਰੀ ਵੇਖੀਦਾ ਵੀ ਬਾਣੀ ਦਾ ਪਾਠ ਵੀ ਕਰਦੇ ਹਾਂ, ਗੁਰਬਾਣੀ ਪੜ੍ਹੀ ਵੀ ਜਾ ਰਹੇ ਹਾਂ, ਜੇ 2-4 ਸੱਜਣ ਨਾਲ ਬੈਠੇ ਨੇ ਗੱਲਾਂ ਵੀ ਕਰੀ ਜਾ ਰਹੇ ਹਾਂ। ਘਰ ਦੇ ਵਿੱਚ ਸਾਡੀਆਂ ਸੁਆਣੀਆਂ ਬਹੁਤੀ ਥਾਵਾਂ ਤੇ ਬਜ਼ੁਰਗ ਮਾਵਾਂ ਬਾਣੀ ਦਾ ਪਾਠ ਵੀ ਪੜ੍ਹੀ ਜਾਣਗੇ, ਨਾਲ ਕਹੀ ਜਾਣਗੇ ਬਹੂ ਨੂੰ, ਬੇਟੀ ਸਬਜ਼ੀ ਦੇਖ ਲੈ ਰਿੱਝਦੀ ਹੋਏਗੀ, ਪ੍ਰਸ਼ਾਦਾ ਨਾ ਸੜ ਗਿਆ ਹੋਵੇ, ਦੁੱਧ ਵੇਖ ਲੈ, ਬਾਹਰ ਕੌਣ ਆਇਆ, ਉੱਧਰ ਦੇਖ ਲਓ। ਨਹੀਂ ਸਾਧ ਸੰਗਤ, ਇਹ ਗੱਲਾਂ ਨਹੀਂ ਕਰਨੀਆਂ। ਜਦੋਂ ਗੁਰੂ ਨਾਲ ਗੱਲ ਕਰਦੇ ਹਾਂ, ਗੁਰੂ ਨਾਲ ਹੀ ਜੁੜ ਜਾਣਾ। ਬਾਣੀ ਪੜ੍ਹਦੇ ਬਾਣੀ ਦੇ ਹੀ ਹੋ ਜਾਣਾ। ਬਾਕੀ ਜ਼ਿੰਮੇਵਾਰੀਆਂ ਪਰਿਵਾਰ ਤੇ ਬੱਚਿਆਂ ਤੇ ਛੱਡ ਦਿਓ, ਆਪੇ ਹੀ ਨਿਭਾਵਣਗੇ। ਆਪਾਂ ਆਪਣੀ ਇਕਾਗਰਤਾ ਬਣਾ ਕੇ ਰੱਖੋ। ਹਾਂ, ਬਹੁਤ ਜ਼ਿਆਦਾ ਜ਼ਰੂਰੀ ਹੋਵੇ, ਸਾਨੂੰ ਲੱਗਦਾ ਵੀ ਜੇ ਮੈਂ ਹੁਣ ਨਾ ਬੋਲਿਆ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਕੋਈ ਕਾਰਜ ਵਿਗੜ ਸਕਦਾ ਹੈ, ਉਦੋਂ ਤੁਸੀਂ ਨਿਸ਼ਾਨੀ ਰੱਖ ਕੇ ਕਿ ਕਿੱਥੇ ਪਾਠ ਮੈਂ ਛੱਡ ਰਹੇ ਹਾਂ, ਉੱਥੋਂ ਫਿਰ ਉਸ ਪਾਠ ਨੂੰ ਰੋਕ ਕੇ ਉਸ ਤੋਂ ਬਾਅਦ ਤੁਸੀਂ ਘਰ ਦੇ ਕਿਸੇ ਜੀਅ ਨਾਲ ਗੱਲ ਕਰ ਸਕਦੇ ਹੋ। ਪਾਠ ਬਹੁਤ ਹੀ ਟਿਕਾ, ਸਹਿਜ ਤੇ ਆਨੰਦ ਵਿੱਚ ਕਰਨਾ ਹੈ, ਕਾਹਲ ਨਹੀਂ ਕਰਨੀ। ਬਹੁਤ ਵਾਰੀ ਇਹ ਹੁੰਦਾ ਮਨ ਦੇ ਵਿੱਚ ਕਿ ਜਪਜੀ ਸਾਹਿਬ ਦਾ ਪਾਠ 7-8 ਮਿੰਟ ਵਿੱਚ ਕਰ ਦਈਏ, ਸੁਖਮਨੀ ਸਾਹਿਬ ਦਾ ਪਾਠ ਅੱਧੇ ਘੰਟੇ 'ਚ ਕਰ ਦਈਏ, ਰਹਿ ਰਾਸ ਸਾਹਿਬ ਦਾ ਪਾਠ 5 ਮਿੰਟਾਂ 'ਚ ਕਰ ਦਈਏ। ਨਹੀਂ ਸਾਧ ਸੰਗਤ, ਗੁਰਬਾਣੀ ਪੜ੍ਹਨ ਲੱਗੇ ਕਦੀ ਵੀ ਕਾਹਲ ਨਹੀਂ ਕਰਨੀ। ਗੁਰਬਾਣੀ ਸਾਨੂੰ ਸਹਿਜ ਬਖਸ਼ਦੀ ਹੈ, ਆਨੰਦ ਬਖਸ਼ਦੀ ਹੈ, ਟਿਕਾ ਬਖਸ਼ਦੀ ਹੈ। ਜੇ ਇਹ ਟਿਕਾ ਅੰਦਰ ਦਾ ਸਹਿਜ, ਅੰਦਰ ਦੀ ਸ਼ਾਂਤੀ ਲੈਣੀ ਹੈ ਨਾ, ਤੇ ਸਾਨੂੰ ਬਾਣੀ ਪੜ੍ਹਨ ਲੱਗਿਆਂ ਸ਼ਾਂਤੀ ਬਣਾਉਣੀ ਚਾਹੀਦੀ ਹੈ। ਇੰਨਾ ਕੋਈ ਯਤਨ ਕਰੋ ਵੀ ਸਾਨੂੰ ਖੁਦ ਨੂੰ ਪਤਾ ਹੋਵੇ ਮੈਂ ਕਿਹੜਾ ਸ਼ਬਦ ਪੜ੍ਹ ਰਿਹਾ, ਕਿਹੜੀ ਪੰਕਤੀ ਪੜ੍ਹ ਰਿਹਾ, ਤੇ ਉਹ ਪੰਕਤੀ ਮੈਨੂੰ ਕਹਿ ਕੀ ਰਹੀ ਹੈ, ਉਹ ਸ਼ਬਦ ਮੇਰੇ ਪ੍ਰਤੀ ਉਪਦੇਸ਼ ਕੀ ਕਰ ਰਿਹਾ ਹੈ। ਅਗਲੀ ਬੇਨਤੀ, ਜਦੋਂ ਅਸੀਂ ਪਾਠ ਕਰਦੇ ਹਾਂ ਉਹਦੀ ਇੱਕ ਕੋਸ਼ਿਸ਼ ਕਰੋ, ਬੜਾ ਚੰਗਾ ਉਪਰਾਲਾ ਹੋਵੇ ਜੇ ਨਾਲ ਉਸ ਕੀਤੇ ਹੋਏ ਪਾਠ ਨੂੰ ਵਿਚਾਰਿਆ ਵੀ ਜਾਵੇ। ਭਾਵ ਬਾਣੀ ਨੂੰ ਵਿਚਾਰ ਕੇ ਪੜ੍ਹੋ, ਘੱਟ ਪੜ੍ਹ ਲਓ ਬਾਣੀ। ਅਗਰ ਤੁਸੀਂ ਸਹਿਜ ਪਾਠ ਸਭ ਕਰਦੇ ਹੋ ਤੇ ਬੇਸ਼ੱਕ ਤੁਸੀਂ 2 ਘੰਟੇ ਦੀ ਬਜਾਏ 1.5 ਘੰਟਾ ਪਾਠ ਕਰ ਲਓ, 50 ਅੰਕਾਂ ਦੀ ਬਜਾਏ 20 ਅੰਗ ਕਰ ਲਓ, ਪਰ ਵਿਚਾਰ ਕੇ ਕਰੋ। ਉਹਦੇ ਚੋਂ 2 ਅੰਗ ਛੱਡੋ, ਉਹਦੇ ਚੋਂ 2 ਸ਼ਬਦਾਂ ਦੀ ਸਿੱਖਿਆ ਲੈ ਲਓ। 2 ਸ਼ਬਦ ਕੀ ਕਹਿ ਰਹੇ ਨੇ, 1 ਸ਼ਬਦ ਕੀ ਕਹਿ ਰਿਹਾ। ਅਗਰ ਅਸੀਂ ਸਮਝਣ ਵਾਲੇ ਪਾਸੇ ਤੁਰਾਂਗੇ ਨਾ, ਯਕੀਨਨ ਤੁਹਾਡੇ ਅੰਦਰ ਕ੍ਰਾਂਤੀਕਾਰੀ ਬਦਲਾਵ ਆ ਜਾਏਗਾ। ਬਹੁਤ ਵੱਡਾ ਸਾਡੇ ਆਤਮਿਕ ਤੌਰ ਤੇ ਆਨੰਦ ਬਣੇਗਾ। ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਬਖਸ਼ਿਸ਼ ਹੋਏਗੀ, ਬਹੁਤ ਗਿਆਨ ਤੇ ਬਹੁਤ ਸੋਝੀ ਆਏਗੀ ਅਗਰ ਅਸੀਂ ਵਿਚਾਰਨ ਵਾਲੇ ਪਾਸੇ ਤੁਰਾਂਗੇ। ਕੋਸ਼ਿਸ਼ ਕਰਿਆ ਕਰੋ ਬਾਣੀ ਨੂੰ ਇੰਨੇ ਕੁ ਸਹਿਜ ਨਾਲ ਪੜ੍ਹੀਏ ਕਿ ਨਾਲ ਨਾਲ ਬਾਣੀ ਦੀ ਵਿਚਾਰ ਵੀ ਹੁੰਦੀ ਰਹੇ, ਜੋ ਪੜ੍ਹਦੇ ਹਾਂ ਉਹਦੀ ਸਮਝ ਵੀ ਪੈਂਦੀ ਰਹੇ। ਇਸ ਤੋਂ ਬਾਅਦ ਇੱਕ ਬੇਨਤੀ ਹੈ ਸਾਧ ਸੰਗਤ ਜੀ, ਗਲ ਦੇ ਵਿੱਚ ਹਮੇਸ਼ਾ ਹਜ਼ੂਰੀਆ ਪਾ ਕੇ ਬੈਠਣਾ ਹੈ। ਅਸੀਂ ਜੋ ਪਾਉਂਦੇ ਹਾਂ ਇਹਨੂੰ ਹਜ਼ੂਰੀਆ ਕਹਿੰਦੇ ਨੇ। ਹਜ਼ੂਰੀਆ ਦਾ ਵੈਸੇ ਕੋਈ ਇਹਦਾ ਕੋਈ ਵਿਸ਼ੇਸ਼ ਰੰਗ ਨਹੀਂ ਹੁੰਦਾ,
ठीक है, ਅਸੀਂ ਧਾਰਮਿਕ ਤੌਰ ਤੇ ਕੌਮੀਅਤ ਤੌਰ ਤੇ ਅੱਜ ਕੱਲ੍ਹ ਕੇਸਰੀ ਬਸੰਤੀ ਰੰਗ ਜ਼ਿਆਦਾ ਵਰਤਦੇ ਹਾਂ, ਪਰ ਘਰਾਂ ਵਿੱਚ ਤੁਸੀਂ ਚਿੱਟਾ ਕੱਪੜਾ ਵੀ ਪਾ ਸਕਦੇ ਹੋ, ਨੀਲਾ ਵੀ ਪਾ ਸਕਦੇ ਹੋ, ਜਾਂ ਸਿਰੋਂ ਪਾਓ ਦਾ ਕੇਸਰੀ ਜਾਂ ਬਸੰਤੀ ਰੰਗ ਦਾ ਹੈ ਉਹ ਵੀ ਪਾ ਸਕਦੇ ਹੋ। ਇਹ ਕਿਉਂਕਿ ਸਾਡੇ ਬਹੁਤ ਕੰਮ ਸਵਾਰਦਾ ਹੈ। ਹੱਥ ਪੈਰ ਗਿੱਲੇ ਹੁੰਦੇ ਨੇ, ਅਸੀਂ ਸਾਫ਼ ਕਰ ਲੈਂਦੇ ਹਾਂ। ਪਸੀਨਾ ਆਏਗਾ, ਤੁਸੀਂ ਇਹਦੇ ਨਾਲ ਸਾਫ਼ ਕਰਦੇ ਹੋ। ਮੱਖੀ ਮੱਛਰ ਬੈਠੇ ਇਹਦੇ ਨਾਲ ਹਟਾ ਸਕਦੇ ਹੋ। ਸਾਡੇ ਸਰੀਰ ਤੇ ਕਿਤੇ ਖਾਰਿਸ਼ ਖਾਜ ਹੋ ਰਹੀ ਹੈ, ਅਸੀਂ ਇਹਦੇ ਸਹਾਰੇ ਨਾਲ ਉੱਥੇ ਆਪਣੇ ਹੱਥ ਨੂੰ ਵਰਤ ਸਕਦੇ ਹਾਂ। ਹੱਥ ਵੀ ਸਵੱਛ ਰਹਿੰਦੇ ਨੇ ਤੇ ਸਾਡਾ ਇਹ ਜੋ ਹੈ ਸਾਡੇ ਕਾਰਜ ਵਿੱਚ ਸਹਿਯੋਗੀ ਵੀ ਹੁੰਦਾ ਹੈ। ਤੇ ਦੂਜੀ ਗੱਲ, ਹਜ਼ੂਰੀਆ ਨਿਮਰਤਾ ਦਾ ਪ੍ਰਤੀਕ ਹੁੰਦਾ ਹੈ। ਬਾਣੀ ਪੜ੍ਹਦੇ ਹੋਏ ਅਸੀਂ ਨਿਮਰਤਾ ਵਿੱਚ ਜਾਣਾ ਹੈ। ਗੁਰੂ ਤੋਂ ਜਦੋਂ ਕੁਝ ਸਿੱਖਣਾ ਹੈ ਉਦੋਂ ਨਿਮਰਤਾ ਰੱਖਣੀ ਹੈ। ਇਹ ਨਿਮਰਤਾ ਦਾ ਪ੍ਰਤੀਕ ਹੈ, ਇਹ ਜਾਚਕ ਦਾ ਪ੍ਰਤੀਕ ਹੈ, ਇਹ ਗੁਰੂ ਦੇ ਦਰ ਤੇ ਮੰਗਤੇ ਬਣ ਕੇ ਗੁਰੂ ਤੋਂ ਬਹੁਤ ਵੱਡੀ ਦਾਤ ਲੈਣ ਦਾ ਵੀ ਪ੍ਰਤੀਕ ਹੈ। ਕੋਸ਼ਿਸ਼ ਕਰੋ ਜਦੋਂ ਗੁਰਬਾਣੀ ਪੜ੍ਹਨੀ ਹੈ ਗਲ ਵਿੱਚ ਬਹੁਤ ਭਾਵਨਾ ਨਾਲ ਹਜ਼ੂਰੀਆ ਪਾ ਕੇ ਬੈਠੋ ਤੇ ਤੁਹਾਡੇ ਅੰਦਰ ਆਨੰਦ ਬਣੇਗਾ। ਤੇ ਇਸ ਤੋਂ ਬਾਅਦ ਹੈ ਜੀ, ਪਾਠ ਕਰਨ ਦੀ ਪੱਕੀ ਰੁਟੀਨ ਜ਼ਰੂਰ ਬਣਾਓ। ਕਈ ਵਾਰ ਕੀ ਹੁੰਦਾ ਸਾਧ ਸੰਗਤ, ਅਸੀਂ ਸੋਚਦੇ ਹਾਂ ਵੀ ਅੱਜ ਪਾਠ ਕਰ ਲਿਆ, ਹੁਣ 2 ਦਿਨ ਨਾ ਕਰੀਏ ਤੇ ਕੋਈ ਗੱਲ ਨਹੀਂ। ਕੁਝ ਸੰਗਤਾਂ ਮਹੀਨੇ ਬਾਅਦ ਪਾਠ ਕਰਦੀਆਂ ਨੇ, ਕੁਝ ਸੰਗਤਾਂ 3-3 ਮਹੀਨੇ ਵੀ ਲੰਘ ਜਾਂਦੇ ਨੇ। ਨਹੀਂ, ਅਰਦਾਸ ਕਰੋ ਵੀ ਸਤਿਗੁਰੂ ਮਿਹਰ ਕਰੋ, ਮੇਰੀ ਜ਼ਿੰਦਗੀ 'ਚ ਪਾਠ ਕਰਨ ਦੀ, ਬਾਣੀ ਨਾਲ ਜੁੜਨ ਦੀ, ਗੁਰਬਾਣੀ ਨੂੰ ਪੜ੍ਹਨ ਸਮਝਣ ਦੀ ਰੁਟੀਨ ਬਣ ਜਾਏ। ਰੋਜ਼ਨਾਮਾ ਮੇਰੀ ਜ਼ਿੰਦਗੀ ਦਾ ਬਣ ਜਾਏ ਕਿ ਮੈਂ ਗੁਰਬਾਣੀ ਦਾ ਪਾਠ ਕਰਨਾ ਹੀ ਕਰਨਾ ਹੈ। ਬਹੁਤ ਸਾਰੇ ਪਰਿਵਾਰ ਨੇ ਜਿੱਥੇ ਬੜੀ ਕਿਰਪਾ ਹੈ, ਉਹ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਅੰਮ੍ਰਿਤ ਬਾਣੀ ਦਾ ਜਾਪ ਕਰਦੇ ਨੇ, ਫਿਰ ਕੋਈ ਉਹ ਪ੍ਰਸ਼ਾਦ ਪਾਣੀ ਛਕਦੇ ਹਨ। ਉਹਨਾਂ ਦੀ ਇਹ ਭਾਵ ਹੁੰਦਾ ਵੀ ਅਸੀਂ ਸੁੱਚੇ ਮੂੰਹ ਬਾਣੀ ਪੜ੍ਹਨੀ ਹੈ। ਚਲੋ ਭਾਵ ਚੰਗਾ ਹੈ, ਹਾਲਾਂਕਿ ਸਰੀਰ ਤੇ ਚਲੋ ਸਾਡਾ ਜਿਵੇਂ ਹੈ ਵੈਸੇ ਹੀ ਰਹਿਣਾ ਹੈ, ਪਰ ਇਹ ਭਾਵ ਚੰਗਾ ਹੈ ਕਿ ਗੁਰਬਾਣੀ ਦਾ ਪਾਠ ਪਹਿਲਾਂ ਹੋ ਜਾਏ। ਅਗਰ ਦਿਨ ਵਿੱਚ ਆਲਸ ਪੈਣ ਲੱਗ ਜਾਏ ਨਾ, ਤੁਸੀਂ ਸੋਚੋ ਵੀ 9 ਵਜੇ ਕਰਾਂਗੇ, 10 ਵਜੇ ਕਰਾਂਗੇ, ਕਈ ਵਾਰੀ ਸਾਰਾ ਦਿਨ ਲੰਘ ਜਾਂਦਾ, ਸਮਾਂ ਨਹੀਂ ਮਿਲਦਾ। ਇਸ ਲਈ ਅਰਦਾਸ ਕਰਕੇ ਰੁਟੀਨ ਬਣਾਓ। ਆਪਣੇ ਮਨ ਨਾਲ ਲੜਾਈ ਲੜੀਏ, ਆਪਣੇ ਅੰਦਰ ਇਹ ਲੜਾਈ ਲੜੀਏ ਕਿ ਮਨਾ ਤੂੰ ਮੈਨੂੰ ਰੋਕੇਂਗਾ ਨਹੀਂ, ਪਰ ਮੈਂ ਰੁਕਾਂਗਾ ਨਹੀਂ, ਮੈਂ ਗੁਰਬਾਣੀ ਦਾ ਪਾਠ ਕਰਨਾ ਹੀ ਕਰਨਾ। ਸਤਿਗੁਰੂ ਜ਼ਰੂਰ ਸਹਾਈ ਹੋਣਗੇ। ਤੇ ਇਸ ਤੋਂ ਬਾਅਦ ਸਾਧ ਸੰਗਤ ਜੀ, ਜਿਸ ਗੁਰੂ ਸਾਹਿਬ ਜੀ ਦੀ, ਭਗਤ ਸਾਹਿਬ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜਦੋਂ ਤੁਸੀਂ ਸਹਿਜ ਪਾਠ ਸਾਹਿਬ ਵੱਲ ਪਾਸੇ ਤੁਰਦੇ ਹੋ, ਮਹੱਲੇ ਬਦਲਣਗੇ, ਸਰੀਰ ਬਦਲਦੇ ਨੇ, ਭਗਤ ਸਾਹਿਬਾਨ ਜੀ ਦਾ, ਗੁਰੂ ਸਾਹਿਬਾਨ ਜੀ ਦਾ, ਉਦੋਂ ਕੋਸ਼ਿਸ਼ ਕਰੋ, ਇਹ ਸਮਝੋ, ਮਨ ਵਿੱਚ ਇੱਕ ਵਿਚਾਰ ਬਣਾਓ ਕਿ ਜੇ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ, ਬਾਬਾ ਕਬੀਰ ਜੀ ਦੀ ਹਜ਼ੂਰੀ 'ਚ ਬੈਠਾ ਮੈਂ, ਉਹਨਾਂ ਦੇ ਸਨਮੁਖ ਬੈਠ ਕੇ ਬਾਬਾ ਕਬੀਰ ਜੀ ਨਾਲ ਮੈਂ ਗੱਲਾਂ ਕਰ ਰਿਹਾ, ਉਹ ਮੇਰੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾ ਰਹੇ ਨੇ, ਮੇਰੇ ਨਾਲ ਬੈਠ ਕੇ ਗੱਲਾਂ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਮਨ 'ਚ ਵਿਚਾਰੋ ਵੀ ਗੁਰੂ ਨਾਨਕ ਸਾਹਿਬ ਮੇਰੇ ਨਾਲ ਵਿਚਾਰਾਂ ਕਰ ਰਹੇ ਨੇ, ਅਸੀਸਾਂ ਦੇ ਰਹੇ ਨੇ, ਮੈਂ ਉਹਨਾਂ ਦੇ ਨਾਲ ਬੈਠਾ ਗੱਲਾਂ ਕਰ ਰਿਹਾ। 5ਵੇਂ ਪਾਤਸ਼ਾਹ ਦੀ ਬਾਣੀ ਪੜ੍ਹ ਰਹੇ ਹੋ, ਮਹਿਸੂਸ ਕਰੋ ਕਿ ਮੈਂ 5ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠਾ। ਸਾਧ ਸੰਗਤ ਬੜਾ ਆਨੰਦ ਬਣਦਾ ਹੈ, ਕਿਉਂਕਿ ਅਸੀਂ ਹਾਜ਼ਰ ਨਾਜ਼ਰ ਮੰਨ ਕੇ ਪੜਾਂਗੇ ਨਾ, ਉਦੋਂ ਬਾਣੀ ਦਾ ਆਨੰਦ ਹੀ ਵੱਖਰਾ ਆਏਗਾ। ਤੁਹਾਡੀ ਆਤਮਾ ਤੇ, ਤੁਹਾਡੇ ਮਨ ਤੇ, ਤੁਹਾਡੇ ਹਿਰਦੇ ਤੇ ਗੁਰਬਾਣੀ ਦਾ ਜਾਦੂਮਈ ਅਸਰ ਹੋਏਗਾ। ਸਤਿਗੁਰੂ ਕਿਰਪਾ ਕਰਨਗੇ। ਅੱਗੇ ਹੈ ਜੀ, ਜਿਸ ਗੁਟਕੇ ਜਾਂ ਪੋਥੀ ਸਾਹਿਬ ਤੋਂ ਅਸੀਂ ਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਚੰਗੇ ਰੁਮਾਲੇ ਵਿੱਚ ਲਪੇਟ ਕੇ ਉੱਚੀ ਜਗ੍ਹਾ ਤੇ ਰੱਖਣਾ ਹੈ। ਹੁਣ ਕਈ ਵਾਰੀ ਕਿਤੇ ਕਿਤੇ ਕੀ ਹੁੰਦਾ ਹੈ, ਕਈ ਥਾਂ ਤੇ ਦੇਖਣ ਦਾ ਮੌਕਾ ਮਿਲਿਆ ਕਿ ਜਿਸ ਟੇਬਲ ਦੇ ਉੱਪਰ ਅਸੀਂ ਰੋਟੀ ਖਾਂਦੇ ਹਾਂ ਨਾ, ਸਾਈਡ ਤੇ ਉੱਥੇ ਬਾਣੀ ਦੇ ਗੁਟਕੇ ਰੱਖੇ ਹੋਏ ਨੇ। ਜਿਹੜੇ ਬੈੱਡ ਤੇ ਅਸੀਂ ਸੌਂਦੇ ਹਾਂ ਉਹਦੇ ਨਾਲ ਹੀ ਸਾਈਡ ਤੇ ਉੱਥੇ ਗੁਟਕੇ ਰੱਖੇ ਹੋਏ ਨੇ। ਨਹੀਂ, ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਹਰ ਵਸਤੂ ਵਾਸਤੇ ਵੱਖਰਾ ਅਸਥਾਨ ਬਣਾਇਆ ਨਾ, ਕਿਚਨ ਦੇ ਵਿੱਚ ਹਰੇਕ ਚੀਜ਼ ਦਾ ਵੱਖਰਾ ਸਥਾਨ ਹੈ, ਸਾਡੇ ਘਰ ਦੇ ਵਿੱਚ ਹਰੇਕ ਵਸਤੂ ਦਾ ਵੱਖਰਾ ਸਥਾਨ ਹੈ। ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਗੁਟਕੇ ਤੇ ਪੋਥੀ ਸਾਹਿਬਾਨ ਵਾਸਤੇ ਇੱਕ ਅੱਛੀ ਉੱਚੀ ਜਗ੍ਹਾ ਤੇ ਸਵੱਛ ਅਲਮਾਰੀ ਬਣਾ ਕੇ ਉਸ ਜਗ੍ਹਾ ਤੇ ਸਤਿਕਾਰ ਸਹਿਤ ਰੁਮਾਲਿਆਂ ਦੇ ਵਿੱਚ, ਕੱਪੜਿਆਂ ਦੇ ਵਿੱਚ ਲਪੇਟ ਕੇ ਗੁਰਬਾਣੀ ਦਾ ਗੁਟਕਾ ਤੇ ਪੋਥੀ ਸਾਹਿਬਾਨ ਨੂੰ ਰੱਖਣਾ ਹੈ, ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਸੰਭਵ ਹੋਵੇ, ਇਹ ਸੰਭਵ ਹੋਵੇ ਦੀ ਬੇਨਤੀ ਹੈ ਵੀ ਜਿਨ੍ਹਾਂ ਘਰਾਂ ਦੇ ਵਿੱਚ ਹੋ ਸਕਦਾ ਹੈ, ਜਿੱਥੇ ਸੰਭਵ ਹੈ, ਕੋਸ਼ਿਸ਼ ਕੀਤੀ ਜਾਵੇ ਕਿ ਗੁਰਬਾਣੀ ਦੇ ਪਾਠ ਕਰਨ ਦਾ, ਗੁਰਬਾਣੀ ਪੜ੍ਹਨ ਦਾ ਕਮਰਾ ਹੈ, ਅਸਥਾਨ ਹੈ, ਉਹ ਅਲੱਗ ਬਣਾਇਆ ਜਾਵੇ। ਉਹਦੇ ਵਿੱਚ ਤੁਹਾਡੀ ਇਕਾਗਰਤਾ ਜ਼ਿਆਦਾ ਬਣੇਗੀ, ਉੱਥੋਂ ਦਾ ਮਾਹੌਲ ਤੁਹਾਨੂੰ ਪ੍ਰਭਾਵਿਤ ਕਰੇਗਾ, ਡਿਸਟਰਬੈਂਸ ਘੱਟ ਹੋਏਗੀ, ਕਿਉਂਕਿ ਬਾਕੀ ਘਰ ਪਰਿਵਾਰ ਵਿੱਚ ਪਰਿਵਾਰ ਦੇ ਮੈਂਬਰ, ਬੱਚੇ ਤੁਰਦੇ ਫਿਰਦੇ ਹਨ, ਵਿਚਰਦੇ ਹਨ, ਘਰੇਲੂ ਗੱਲਾਂ ਹੁੰਦੀਆਂ ਨੇ, ਕਿਸੇ ਦਾ ਟੀਵੀ ਚੱਲ ਰਿਹਾ, ਕਿਸੇ ਦਾ ਫੋਨ ਵੱਜ ਰਿਹਾ। ਅਗਰ ਸਾਹਮਣੇ ਬੈਠਾ ਹੋਵਾਂਗੇ ਮਨ ਦਾ ਟਿਕਾ ਨਹੀਂ ਬਣੇਗਾ। ਪਰ ਅਗਰ ਤੁਸੀਂ ਇੱਕ ਅਲੱਗ ਕਮਰੇ ਵਿੱਚ ਬੈਠੇ ਹੋਵੋਗੇ, ਇਹ ਚੀਜ਼ਾਂ ਤੁਹਾਨੂੰ
ਡਿਸਟਰਬ ਨਹੀਂ ਕਰਨਗੀਆਂ। ਤੁਹਾਡੀ ਇਕਾਗਰਤਾ ਬਣੇਗੀ, ਮਨ ਦੀ ਸ਼ਾਂਤੀ ਬਣੇਗੀ ਤੇ ਗੁਰਬਾਣੀ ਪੜ੍ਹਨ ਦਾ ਆਨੰਦ ਵੀ ਵਧੇਰੇ ਬਣੇਗਾ। ਸਾਧ ਸੰਗਤ, ਮਜਬੂਰੀ ਬਸ ਫਿਰ ਧਿਆਨ ਵਿੱਚ ਰੱਖਿਓ। ਅਗਰ ਮਜਬੂਰੀ ਹੋਵੇ ਫਿਰ ਸਾਨੂੰ ਲੱਗਦਾ ਵੀ ਅੱਜ ਪਾਠ ਨਹੀਂ ਹੋ ਪਾਇਆ, ਪਤਾ ਨਹੀਂ ਕਿੱਡਾ ਪਾਪ ਹੋ ਗਿਆ ਹੋਏਗਾ। ਠੀਕ ਹੈ, ਜਿਹੜੀਆਂ ਬਾਣੀ ਵਾਲੀਆਂ ਜੁੜੀਆਂ ਹੋਈਆਂ ਰੂਹਾਂ ਨੇ ਉਹਨਾਂ ਦੇ ਮਨ ਦੇ ਅੰਦਰ ਇਹ ਭਾਵ ਜ਼ਰੂਰ ਬਣਦਾ ਹੈ ਕਿ ਅੱਜ ਮਨਾਂ ਤੋਂ ਬਾਣੀ ਨਾਲ ਨਹੀਂ ਜੁੜਿਆ, ਅੱਜ ਗੁਰਬਾਣੀ ਦਾ ਪਾਠ ਨਹੀਂ ਹੋਇਆ ਤੇ ਅੱਜ ਪਤਾ ਨਹੀਂ ਕੀ ਬਣੇਗਾ। ਪਰ ਨਹੀਂ, ਸਤਿਗੁਰੂ ਬੜਾ ਬੇਅੰਤ ਹੈ, ਉਹ ਬਖਸ਼ਿੰਦ ਹੈ। ਹੁਣ ਕਈ ਵਾਰੀ ਸਾਡੇ ਰੁਝੇਵੇਂ ਇਸ ਤਰ੍ਹਾਂ ਦੇ ਹੁੰਦੇ ਨੇ, ਕਈ ਵਾਰੀ ਕੋਈ ਕੁਦਰਤੀ ਖੇਡ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਸਮਾਂ ਨਹੀਂ ਬਣਦਾ। ਉੱਥੇ ਇਸ ਗੱਲ ਦਾ ਭਰਮ ਨਹੀਂ ਕਰਨਾ, ਉੱਥੇ ਇਸ ਗੱਲ ਨੂੰ ਲੈ ਕੇ ਚਿੰਤਿਤ ਨਹੀਂ ਹੋਣਾ। ਸਾਧ ਸੰਗਤ, ਅਸੀਂ ਕਹਿੰਦੇ ਨੇ ਬੰਦਾ ਰੱਬ ਨੂੰ ਭੁੱਲ ਸਕਦਾ ਪਰ ਰੱਬ ਕਦੀ ਵੀ ਸਾਨੂੰ ਨਹੀਂ ਭੁੱਲਦਾ। ਫਰੀਦਾ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਦੂਜੀ ਗੱਲ, ਸਤਿਗੁਰੂ ਦੇ ਘਰ ਵਿੱਚ ਭਾਵਨਾ ਵੇਖੀ ਜਾਂਦੀ ਹੈ। ਅਗਰ ਭਾਵਨਾ ਕਰਕੇ ਜੁੜੇ ਹਾਂ, ਮਨ ਦਾ ਭਾਵ ਬਣਿਆ ਕਿ ਮੇਰਾ ਗੁਰੂ ਹਮੇਸ਼ਾ ਮੇਰੇ ਨਾਲ ਹੈ। ਅਗਰ ਤੁਸੀਂ ਇੱਕ ਵਾਰ ਅੰਦਰੋਂ ਦਿਲੋਂ ਜੁੜ ਕੇ ਵੀ ਉਸ ਗੁਰੂ ਨੂੰ, ਸਤਿਗੁਰੂ ਨੂੰ, ਵਾਹਿਗੁਰੂ ਨੂੰ ਯਾਦ ਕਰਦੇ ਹੋ, ਸਾਧ ਸੰਗਤ ਪੂਰੇ ਦਿਨ ਦੀ ਹਾਜ਼ਰੀ ਲੱਗਦੀ ਹੈ। ਤੇ ਗੁਰਬਾਣੀ ਇਹ ਤੇ ਸਾਧ ਸੰਗਤ ਆਤਮਿਕ ਇਸ਼ਨਾਨ ਹੈ, ਇਹ ਤੇ ਅਧਿਆਤਮਿਕ ਗਿਆਨ ਦਾ ਖਜ਼ਾਨਾ ਹੈ, ਸੋਮਾ ਹੈ। ਇਹ ਇਸ ਵਾਸਤੇ ਹੈ ਜਿੰਨਾ ਵੀ ਅਸੀਂ ਗੁਰਬਾਣੀ ਨੂੰ ਪੜ੍ਹਨਾ ਹੈ, ਸਮਝਣਾ, ਵਿਚਾਰਨਾ, ਮਨ 'ਚ ਵਸਾਉਣਾ ਹੈ, ਇਹ ਸਾਡੇ ਅੰਦਰ ਉਨਾ ਹੀ ਪ੍ਰਕਾਸ਼, ਚਾਨਣ, ਆਨੰਦ ਬਣਾਉਂਦੀ ਹੈ। ਸਾਡੀ ਸ਼ਾਂਤੀ ਵੱਧਦੀ ਹੈ, ਸਾਡੇ ਅੰਦਰ ਟਿਕਾ ਵੱਧਦਾ ਹੈ, ਸਹਿਜ ਵੱਧਦਾ ਹੈ, ਗੁਣਵਾਨ ਬਣਦੇ ਹਾਂ, ਗੁਣਵੰਤੇ ਬਣਦੇ ਹਾਂ ਤੇ ਗੁਣਵਾਨ ਤੇ ਗੁਣਵੰਤੇ ਹੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਨੇ। ਸੋ ਗੁਰਬਾਣੀ ਨੂੰ ਇਹ ਵੀ ਇੱਕ ਮਨ ਵਿੱਚ ਭਰਮ ਨਹੀਂ ਰੱਖਣਾ ਕਿ ਜੀ ਮੇਰੇ ਤੋਂ ਬਾਣੀ ਸ਼ੁੱਧ ਨਹੀਂ ਪੜ੍ਹ ਹੁੰਦੀ ਤੇ ਇਸ ਕਰਕੇ ਵੀ ਜੇ ਮੇਰੇ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਤੇ ਮੈਨੂੰ ਸ਼ਾਇਦ ਕੋਈ ਪਾਪ ਲੱਗਦਾ ਹੋਵੇਗਾ। ਕਈ ਵਾਰ ਕੁਝ ਸੱਜਣਾ ਨੇ ਵਿਚਾਰ ਕੀਤੀ ਕਿ ਭਾਈ ਸਾਹਿਬ ਜਦੋਂ ਗੁਰਬਾਣੀ ਦੀਆਂ ਪਾਠ ਕਰਦੇ ਹੋਏ ਗਲਤੀਆਂ ਹੋ ਜਾਂਦੀਆਂ ਨੇ ਫਿਰ ਬਹੁਤ ਪਾਪ ਲੱਗਦਾ ਹੋਵੇਗਾ। ਨਹੀਂ ਪਿਆਰਿਓ, ਪਹਿਲੀ ਗੱਲ ਤੇ ਹੈ ਗੁਰਬਾਣੀ ਪੜ੍ਹਨ ਨਾਲ ਕਦੀ ਵੀ ਪਾਪ ਨਹੀਂ ਲੱਗਦਾ। ਇਹ ਭਰਮ ਉੱਕਾ ਹੀ ਕੱਢ ਦਿਓ। ਜੇ ਗੁਰਬਾਣੀ ਦਾ ਪਾਠ ਕਰਨ ਨਾਲ ਪਾਪ ਲੱਗੇਗਾ ਫਿਰ ਸਾਡੇ ਪਾਪ ਧੋਏਗਾ ਕੌਣ, ਪਾਪ ਕੱਟੇਗਾ ਕੌਣ? ਉਹ ਭਲਿਓ, ਗੁਰੂ ਤੇ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪੜ੍ਹਨ ਦੀ ਗੱਲ ਛੱਡ, ਕਹਿੰਦੇ ਜੇ ਤੂੰ ਸੁਣ ਵੀ ਲੈ ਨਾ ਸੱਚੀ ਬਾਣੀ ਨੂੰ, ਤੇਰੇ ਦੁੱਖ ਰੋਗ ਤੇ ਪਾਪ ਕੱਟੇ ਜਾਣਗੇ, ਸੰਤਾਪ ਕੱਟੇ ਜਾਣਗੇ। ਬਾਣੀ ਪੜ੍ਹਨ ਦਾ ਪਾਪ ਨਹੀਂ ਹੈ। ਹਾਂ, ਮਨ ਦੇ ਅੰਦਰ ਇਹ ਭਰਮ ਜ਼ਰੂਰ ਹੁੰਦਾ ਵੀ ਅੱਜ ਬਾਣੀ ਦੇ ਕੁਝ ਅੱਖਰਾਂ ਦਾ, ਸ਼ਬਦਾਂ ਦਾ ਉਚਾਰਨ ਸਹੀ ਨਹੀਂ ਹੋਇਆ। ਇਹ ਤੁਹਾਡਾ ਭਾਵ ਚੰਗਾ ਹੈ, ਪਰ ਦੇਖੋ ਸਾਡੀ ਭਾਵਨਾ ਗਲਤ ਪੜ੍ਹਨ ਦੀ ਨਹੀਂ ਹੋਣੀ ਚਾਹੀਦੀ। ਭਾਵਨਾ ਤੇ ਸਾਡੀ ਸਹੀ ਪੜ੍ਹਨ ਦੀ ਹੁੰਦੀ ਹੈ। ਭਾਵਨਾ ਸਾਡੀ ਚੰਗੇ ਤਰੀਕੇ ਨਾਲ ਗੁਰਬਾਣੀ ਦੇ ਉਚਾਰਨ ਦੀ ਹੁੰਦੀ ਹੈ। ਪਰ ਹੋ ਸਕਦਾ ਕੁਝ ਸ਼ਬਦਾਂ ਦਾ ਉਚਾਰਨ ਸਾਨੂੰ ਕਰਨਾ ਨਾ ਆਉਂਦਾ ਹੋਵੇ, ਉਹਨਾਂ ਸ਼ਬਦਾਂ ਦੇ ਉਚਾਰਨ ਦਾ ਬੋਧ ਸਾਨੂੰ ਨਾ ਹੋਵੇ। ਉੱਥੇ ਅਗਰ ਉਚਾਰਨ ਤੁਹਾਡੇ ਤੋਂ ਸਹੀ ਨਹੀਂ ਹੋਇਆ ਅਣਜਾਣੇ ਦੇ ਵਿੱਚ, ਉਹ ਕੋਈ ਪਾਪ ਨਹੀਂ, ਕੋਈ ਗਲਤੀ ਨਹੀਂ। ਕਿਉਂ? ਕਿਉਂਕਿ ਗੁਰੂ ਸਾਹਿਬ ਖੁਦ ਗੁਰਬਾਣੀ ਵਿੱਚ ਕਹਿ ਰਹੇ ਹਨ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਇਹ ਬਾਹਰੋਂ ਭੁੱਲ ਚੁੱਕ ਹੈ, ਇਹ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਨਹੀਂ ਹੈ। ਹਾਂ, ਅਗਰ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਹੈ, ਜਾਣ ਬੁੱਝ ਕੇ ਅਰਥਾਂ ਦੇ ਅਨਰਥ ਕਰਦਾ ਹੈ, ਜਾਣ ਬੁੱਝ ਕੇ ਗੁਰਬਾਣੀ ਦੇ ਉਚਾਰਨ ਨੂੰ ਗਲਤ ਤਰੀਕੇ ਨਾਲ ਉਚਾਰਦਾ ਹੈ, ਉਹ ਤੇ ਫਿਰ ਗੁਰੂ ਦੇ ਦਰ ਤੇ ਲੇਖਾ ਦੇਣਾ ਪਏਗਾ ਨਾ। ਉਹ ਤੇ ਅਸੀਂ ਮੰਨ ਸਕਦੇ ਹਾਂ ਵੀ ਬਹੁਤ ਵੱਡੀ ਅਵਗਿਆ ਹੈ, ਗਲਤੀ ਹੈ। ਪਰ ਹਾਂ, ਜਾਣੇ ਅਣਜਾਣੇ ਭਾਵ, ਜੇ ਭਾਵਨਾ ਚੰਗੀ ਹੈ, ਭਾਵਨਾ ਤੁਹਾਡੀ ਮਲੀਨ ਨਹੀਂ ਹੈ, ਭਾਵਨਾ ਅਸੀਂ ਕਰਕੇ ਅਸੀਂ ਚੰਗੀ ਗੱਲ ਕਹਿ ਰਹੇ ਹਾਂ, ਉਚਾਰਨ ਗਲਤ ਹੋ ਜਾਏ ਕੋਈ ਗੱਲ ਨਹੀਂ ਹੁੰਦਾ, ਉਹ ਬਖਸ਼ਣਯੋਗ ਹੈ। ਸਤਿਗੁਰੂ ਤੇ ਬਾਕੀ ਇਹ ਵੀ ਭਾਵ ਰੱਖਣਾ ਵੀ ਦਾਤਾ ਜੀ ਸਦਾ ਬਖਸ਼ਿੰਦ ਨੇ। ਸਤਿਗੁਰੂ ਤੇ ਕਹਿ ਰਹੇ ਨੇ, ਲੇਖੈ ਕਤੈ ਨਾ ਛੁੱਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਗੁਰਬਾਣੀ ਨੂੰ ਬੜੇ ਸਹਿਜ ਨਾਲ ਪੜ੍ਹੋ, ਸਮਝੋ, ਵਿਚਾਰੋ ਤੇ ਅਰਦਾਸ ਕਰੋ, ਸਤਿਗੁਰੂ ਜੀ ਜੋ ਗੁਰਬਾਣੀ ਨੂੰ ਪੜ੍ਹਿਆ, ਜੋ ਪੜ੍ਹ ਕੇ ਮੇਰੇ ਅੰਦਰ ਇਹ ਅੱਜ ਤੇਰੀ ਬਖਸ਼ਿਸ਼ ਦਾ, ਰਹਿਮਤ ਦਾ ਖਜ਼ਾਨਾ ਮੇਰੇ ਅੰਦਰ ਬਣਿਆ, ਮਿਹਰ ਕਰਕੇ ਤੇ ਮੈਂ ਤੇ ਚੱਲ ਸਕਾਂ, ਇਹਨੂੰ ਕਮਾ ਸਕਾਂ, ਤਾਂ ਕਿ ਮੈਂ ਤੇਰੀ ਬਖਸ਼ਿਸ਼ ਨੂੰ ਮਾਣ ਸਕਾਂ। ਅਗਰ ਸਾਧ ਸੰਗਤ ਗੁਰਬਾਣੀ ਦਾ ਪਿਆਰ ਬਣਨਾ ਸ਼ੁਰੂ ਹੋ ਜਾਏ ਨਾ, ਰਸ ਬਣਨਾ ਸ਼ੁਰੂ ਹੋ ਜਾਏ, ਸਮਝ ਲਓ ਤੁਹਾਡਾ ਗੁਰੂ ਨਾਲ ਜੁੜਨਾ ਸਫਲ ਹੋ ਗਿਆ। ਸਤਵੇਂ ਪਾਤਸ਼ਾਹ ਦੇ ਬਚਨ ਨੇ ਜੋ ਅਸੀਂ ਸੂਰਜ ਪ੍ਰਕਾਸ਼ ਵਿੱਚ ਪੜ੍ਹਦੇ ਹਾਂ, ਕਹਿੰਦੇ ਮਨ ਜਾਗੈ ਕੀ ਇਹ ਨਿਸ਼ਾਨੀ, ਮਿੱਠੀ ਲਾਗੇ ਪਿਰ ਕੀ ਬਾਣੀ। ਜਦੋਂ ਤੁਹਾਨੂੰ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਜਾਏ, ਸਮਝ ਲਓ ਸਾਡਾ ਮਨ ਜਾਗ ਗਿਆ ਹੈ, ਮਨ ਟਿਕ ਗਿਆ ਹੈ।
ਮਨ ਉਦੋਂ ਹੀ ਟਿਕੇਗਾ ਜਦੋਂ ਬਾਣੀ ਮਿੱਠੀ ਲੱਗਣ ਲੱਗ ਜਾਏਗੀ, ਗੁਰਬਾਣੀ 'ਚੋਂ ਰਸ ਆਉਣ ਲੱਗ ਜਾਏਗਾ, ਗੁਰਬਾਣੀ ਦੀ ਸਮਝ ਆਉਣ ਲੱਗ ਜਾਏਗੀ। ਸਮਝ ਆਉਂਦਿਆਂ ਤੁਹਾਡਾ ਮਨ ਕਦੀ ਵੀ ਦੂਜੇ ਪਾਸੇ ਨਹੀਂ ਜਾਏਗਾ, ਮਨ ਕਦੀ ਨਹੀਂ ਭਟਕੇਗਾ, ਮਨ ਵਿੱਚ ਕਦੀ ਕੋਈ ਭੈੜਾ ਖਿਆਲ ਨਹੀਂ ਆਏਗਾ। ਤੇ ਉਦੋਂ ਗੁਰਬਾਣੀ ਪੜ੍ਹੀ ਹੋਈ, ਸੁਣੀ ਹੋਈ ਤੇ ਸੁਣਾਈ ਹੋਈ ਸਫਲ ਹੋਏਗੀ। ਇਹ ਸਨ ਕੁਝ ਵਿਚਾਰਾਂ। ਸਮਾਂ ਬਣਿਆ ਹੋਰ ਕਦੀ ਐਸਾ ਵਿਚਾਰ ਆਏਗਾ ਆਪ ਜੀ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।